गुरु साहिब जी। आसा महला पंजवा। जाकै सिमरन सुख निवास, भई कल्याण दुख होवत नास। आनंद करो प्रभु के गुण गावो, सतगुरु अपना सदा सदा मनावो। सतगुर का सच शब्द कमावो, थिर कर बैठे प्रभु अपना पावो। पर का बुरा न रखो चीत, तुमको दुख नहीं पाई मीत। हर हर तंद मंत गुर दीना, यो सुख नानक अन दिन चीना। बिसर गई सब तात पराई, जब ते साध संगत मोह पाई। ना को बैरी नाहे बेगाना, सगल संग हमको बने आई। ज़ारा ज़हूर हाजरा हजूर सर्व कला भरपूर समरथ गुरु, लोक परलोक दे रखियक भगत वशल ज्ञान दे सागर। गुरुआं दे गुरु गुरुआं भगतां भट्टां सिखां दी इलाही बाणी। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी। धनता दे योग आप जी वडभागे हो, सतगुरु जी ने दया मेहर किरपा की है। समा बख्शिया है जीवन नूं सवासां नूं सफल करन दा। सतगुरु आयो शरण तुहारी, मिले सुख नाम हर शोभा चिंता लाहे हमारी। अवर न सूझे दूजी ठाहर हार पर्यो तव द्वारी। लिखा छोड़िया लिखे छूटे हम निर्गुण लेहो उबारी। सदबख्शिंद सदा मेहरबाना सबना दे आधारी। नानक दास संत पाछे परियो, अराख लिहो एह बारी। सो सन महाराज जी ने मेहर किरपा की है। सच नाल जुड़ जाना वड्डे भागां दी निशानी है। सच तो टुट जाना माड़े कर्मां दी निशानी। सच नूं सुन लैना, सच नूं मन लैना, सच नूं कमा लैना वड्डियां भागां दी निशानी है। सच तो दूर चले जाना, सच तो हट जाना, सच का राह छड़ जाना, ये नाकामी है और बहुत ही जिंदगी का एक वड्डा घट है। सो इस करके सच दे नाल जुड़ना, सच नूं देखना, सच नूं मनना ते सच ते पूर्ण भरोसा रखना, ये मनुख का फर्ज है और गुरु का हुक्म भी है। सच की है? सच्चा है परमेश्वर, परमात्मा का नाम। ते परमात्मा कित्थे है? ये जग सच्चे की है कोठड़ी, सच्चे का विच वास। वो सच स्वरूप जिहड़ा परम पिता परमात्मा, वो इस जग दे विच रमिया होया, जिन्हों असी रोज़ पढ़ते हैं बलहारी कुदरत वसिया।
तेरा अंत न जाई लखिया रहो। ਜਾਂ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਮਾਲਕ ਜਿਹੜਾ ਹੈ ਸਭਨੀ ਥਾਈਂ ਹੈ, ਜਿੱਥੇ ਹੋ ਜਾਈ ਤੇ ਉਹ ਸਾਰਿਆਂ ਘਟਾਂ ਵਿੱਚ ਰਮਿਆ ਹੋਇਆ ਪਰਮ ਪਿਤਾ ਪਰਮਾਤਮਾ, ਤੇ ਅਸੀਂ ਉਹਨੂੰ ਸੱਚ, ਉਸ ਦਾ ਸਰੂਪ ਜਿਹੜਾ ਹੈ, ਮੇਰੇ ਸਾਹਿਬਾ ਤੇਰੇ ਚੋਜ ਵਿਡਾਣ, ਜਲ ਥਲ ਮਈਅਲ ਭਰਪੁਰ ਲੀਨਾ ਆਪੇ ਸਰਵ ਸਮਾਨ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਰਮਿਆ ਹੋਇਆ। ਉਸ ਰਮੇ ਹੋਏ ਨੂੰ ਅਸੀਂ ਵੇਖਣਾ, ਵੇਖਣ ਦੇ ਲਈ ਦ੍ਰਿਸ਼ਟੀ ਚਾਹੀਦੀ। ਦ੍ਰਿਸ਼ਟੀ ਜਿਹੜੀ ਹੈ ਗੁਰੂ ਦਿੰਦਾ ਹੈ। ਪਰਮਾਤਮਾ ਰਮਿਆ ਹੋਇਆ ਹੈ, ਉਸ ਨੂੰ ਦੇਖਣਾ ਹੈ। ਉਹ ਦੇਖਣ ਵਾਲੀ ਦ੍ਰਿਸ਼ਟੀ ਜਿਹੜੀ ਹੈ ਉਹ ਗੁਰੂ ਸਾਹਿਬ ਤੋਂ ਮਿਲ ਜਾਂਦੀ ਹੈ, ਮਿਲਦੀ ਹੈ। ਸੋ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਇਹ ਦ੍ਰਿਸ਼ਟੀ ਗੁਰੂ ਸਾਹਿਬ ਤੋਂ ਮਿਲਦੀ ਹੈ। ਸੋ ਅਸੀਂ ਇਸ ਦ੍ਰਿਸ਼ਟੀ ਨੂੰ ਹੀ ਪ੍ਰਾਪਤ ਕਰਦੇ ਹਾਂ ਜਦੋਂ ਸੰਸਾਰ ਵਿੱਚ ਉਸ ਪਰਮ ਪਿਤਾ ਪਰਮਾਤਮਾ ਦਾ ਸਰੂਪ ਵੇਖਦੇ ਹਾਂ। ਸੋ ਇਸ ਲਈ ਸਰਵ ਵਿਆਪਕ ਬੜੇ ਸੂਖਮ ਰੂਪ ਦੇ ਵਿੱਚ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਇਸ ਤਰ੍ਹਾਂ ਉਹ ਜੀਵ ਨਿਰਜੀਵ ਜੜ ਚੇਤਨ ਹਰ ਚੀਜ਼ ਦੇ ਵਿੱਚ ਵਸ ਗਿਆ, ਰਮਿਆ ਹੋਇਆ। ਉਸ ਰਮੇ ਹੋਏ ਨੂੰ ਅਸੀਂ ਮਹਿਸੂਸ ਕਰਨਾ, ਪ੍ਰਾਪਤ ਕਰਨਾ, ਚਾਹੇ ਉਹ ਜੀਵ ਹੈ, ਚਾਹੇ ਨਿਰਜੀਵ ਹੈ, ਚਾਹੇ ਪੱਥਰ ਹੈ, ਚਾਹੇ ਫੁੱਲ ਹੈ। ਫੁੱਲ ਵਿੱਚ ਵੀ ਉਸ ਨੂੰ ਮਹਿਸੂਸ ਕਰਨਾ, ਵੇਖਣਾ, ਤੇ ਪੱਥਰ ਦੇ ਵਿੱਚ ਵੀ। ਇਹ ਨਹੀਂ ਵੀ ਪੱਥਰ ਕੋਮਲ ਨਹੀਂ ਹੈ, ਉਹਦੇ ਵਿੱਚ ਦੇਖਣਾ। ਪੱਥਰ ਵੀ ਉਸ ਦਾ ਹੀ ਬਣਾਇਆ, ਪਾਹਨ ਪਾਰ ਉਤਾਰੇ। ਉਹ ਫੁੱਲਾਂ ਦਾ ਵੀ ਉਧਾਰ ਕਰ ਦਿੰਦਾ ਅਤੇ ਪੱਥਰਾਂ ਦਾ ਵੀ ਕਰ ਦਿੰਦਾ। ਮਤਲਬ ਜਿਹੜੇ ਕੋਮਲ ਹਿਰਦੇ ਨੇ, ਨਰਮ ਹਿਰਦੇ ਨੇ, ਉਹਨਾਂ ਦਾ ਤਾਂ ਉਧਾਰ ਕਰਦਾ। ਜਿਹੜੇ ਕਠੋਰ ਪੱਥਰ ਵਰਗੇ ਹਿਰਦੇ ਹਨ, ਉਹਨਾਂ ਦਾ ਵੀ ਉਧਾਰ ਕਰ ਦਿੰਦਾ। ਬਸ਼ਰਤੇ ਹੈ ਕਿ ਇਨਸਾਨ ਜਿਹੜਾ ਹੈ ਉਸ ਵੱਲ ਮੂੰਹ ਕਰ ਲਵੇ, ਮਤਲਬ ਉਸ ਨੂੰ ਆਪਣਾ ਸਮਝ ਲਵੇ, ਮਤਲਬ ਉਸ ਦੇ ਨਾਲ ਗੱਲਬਾਤ ਕਰ ਲਵੇ। ਜਿਵੇਂ ਅਸੀਂ ਕਿਸੇ ਦੇ ਨਾਲ ਜਾਣ ਪਛਾਣ ਵਧਾਉਣੀ ਹੋਵੇ, ਅਸੀਂ ਇੱਕ ਦੂਜੇ ਨੂੰ ਕਹਿੰਦੇ ਵੀ ਗੱਲਬਾਤ ਤੇ ਕਰੋ, ਗੱਲਬਾਤ ਤੇ ਵਧਾਓ, ਫਿਰ ਹੀ ਅੱਗੇ ਗੱਲ ਚੱਲੇਗੀ। ਗੱਲਬਾਤ ਕਰੋ। ਜਦ ਗੱਲਬਾਤ ਹੋਏਗੀ ਫਿਰ ਨੇੜਤਾ ਹੋਏਗੀ, ਨੇੜੇ ਬਹਿਣਾ ਹੋਏਗਾ, ਅਤੇ ਉਹ ਗੱਲਬਾਤ ਹੀ ਪ੍ਰੇਮ ਦਾ ਰੂਪ ਧਾਰਨ ਕਰ ਜਾਏਗੀ। ਗੱਲਬਾਤ ਹੀ ਇੱਕ ਰਿਸ਼ਤਾ ਬਣ ਜਾਏਗਾ, ਗੱਲਬਾਤ ਹੀ ਇੱਕ ਨਜ਼ਦੀਕੀ ਬਣ ਜਾਏਗੀ, ਗੱਲਬਾਤ ਹੀ ਇੱਕ ਪਿਆਰ ਬਣ ਜਾਏਗਾ। ਸੋ ਮਨੁੱਖ ਅੱਗੇ ਅੱਗੇ ਵੱਧਦਾ ਵੱਧਦਾ ਬਹੁਤ ਨਜ਼ਦੀਕ ਚਲਾ ਜਾਏਗਾ। ਗੱਲਬਾਤ ਕਿਸ ਨਾਲ ਕਰਨੀ ਹੈ? ਉਹ ਪਰਮ ਪਿਤਾ ਪਰਮਾਤਮਾ। ਅਤੇ ਉਸ ਨਾਲ ਗੱਲ ਕਰਨ ਦਾ ਤਰੀਕਾ ਇਹ ਹੈ ਵੀ ਅਸੀਂ ਹੁਣ ਇਹ ਪੁੱਛ ਸਕਦੇ ਹਾਂ ਵੀ ਪਰਮਾਤਮਾ ਨਾਲ ਗੱਲ ਤੁਸੀਂ ਕਹਿ ਦਿੱਤੀ ਹੈ, ਕਿਵੇਂ ਕਰੀਏ? ਸਾਰੀ ਉਸ ਦੀ ਸ੍ਰਿਸ਼ਟੀ ਕੁਦਰਤ ਨੂੰ ਦੇਖ ਕੇ ਹੱਸਣਾ, ਖੁਸ਼ ਹੋਣਾ, ਪ੍ਰਸੰਨ ਹੋਣਾ, ਉਸ ਨੂੰ ਹਰ ਜ਼ਰੇ ਜ਼ਰੇ ਦੇ ਵਿੱਚ ਮਹਿਸੂਸ ਕਰਨਾ, ਪੱਤੇ ਪੱਤੇ ਕਣ ਕਣ ਦੇ ਵਿੱਚ ਮਹਿਸੂਸ ਕਰਨਾ, ਉਸ ਨੂੰ ਦੇਖ ਕੇ ਅਤੇ ਉਸ ਦੀ ਯਾਦ ਆਉਣੀ। ਧਿਆਨ ਦੇਣਾ। ਜਿਵੇਂ ਕਵੀ ਲੋਕ ਕੋਈ ਬਗੀਚਾ ਦੇਖਦੇ ਨੇ, ਕੋਈ ਝਰਨਾ ਦੇਖਦੇ ਨੇ, ਕੋਈ ਫੁੱਲ ਦੇਖਦੇ ਨੇ, ਕੋਈ ਫਲ ਦੇਖਦੇ ਨੇ, ਉਹਨਾਂ ਵੱਲ ਦੇਖ ਦੇਖ ਕੇ ਗਹਿਰਾ ਦੇਖਣਾ ਸ਼ੁਰੂ ਕਰ ਦਿੰਦੇ ਨੇ, ਗਹਿਰੀ ਨਿਗਾਹ ਦੇ ਨਾਲ। ਜਦੋਂ ਅਸੀਂ ਕਈ ਵਾਰ ਟਿਕ ਟਿੱਕੀ ਲਗਾ ਕੇ ਗਹਿਰੀ ਨਿਗਾਹ ਵੱਲ ਇੱਕ ਚੀਜ਼ ਵੱਲ ਦੇਖੀ ਜਾਂਦੇ ਹਾਂ, ਫਿਰ ਉਹਦੇ ਬਾਰੇ ਅਸੀਂ ਸੋਚਣ ਲੱਗ ਜਾਂਦੇ ਹਾਂ। ਜਦੋਂ ਕਿਸੇ ਦਾ ਡੂੰਘਾ ਧਿਆਨ ਹੋਏਗਾ, ਗਹਿਰਾ ਧਿਆਨ ਹੋਏਗਾ, ਫਿਰ ਉਹ ਉਸ ਚੀਜ਼ ਬਾਰੇ ਸੋਚੇਗਾ। ਜਦੋਂ ਪਰਮਾਤਮਾ ਵਾਹਿਗੁਰੂ ਅਸੀਂ ਰਮਿਆ ਹੋਇਆ ਮੰਨਾਂਗੇ ਵੀ ਉਹ ਜ਼ਰੇ ਜ਼ਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ, ਫਿਰ ਸਾਡਾ ਧਿਆਨ ਉਸ ਵੱਲ ਜਾਏਗਾ ਅਤੇ ਉਹ ਸਾਨੂੰ ਹੌਲੀ ਹੌਲੀ ਮਹਿਸੂਸ ਜਾਂ ਦਿਸਣਾ ਸ਼ੁਰੂ ਹੋ ਜਾਏਗਾ। ਸੋ ਇਸ ਲਈ ਗੁਰੂ ਸਾਹਿਬ ਦੀ ਬਾਣੀ ਸਾਨੂੰ ਕੀ ਦੱਸਦੀ ਹੈ? ਆਓ ਸਤਿਗੁਰੂ ਮਹਾਰਾਜ ਤੋਂ ਸ਼ਬਦ ਰਾਹੀਂ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ। ਕੀ ਗੁਰੂ ਮਹਾਰਾਜ ਜੀ ਸਾਨੂੰ ਦੱਸ ਰਹੇ ਹਨ? ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਫਰਮਾਨ ਹੈ, ਕਹਿੰਦੇ ਜਾ ਕੇ ਸਿਮਰਨ ਸੁਖ ਨਿਵਾਸ,
ਜਦੋਂ ਕੋਈ ਭਜਨ ਬੰਦਗੀ ਕਰਦਾ, ਜਦੋਂ ਕੋਈ ਨਾਮ ਸੁਣਦਾ, ਪੜ੍ਹਦਾ, ਲੈਂਦਾ, ਤੇ ਮਹਾਰਾਜ ਜੀ ਕਹਿੰਦੇ ਨੇ ਉਸ ਦੇ ਅੰਦਰ ਸੁੱਖ ਜਿਹੜੇ ਨੇ, ਬਰਕਤ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕੋਈ ਨਾਮ ਦੇ ਨਾਲ ਜੁੜਦਾ, ਉਹਦੀ ਰਸਨਾ ਤੇ ਉਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਜਿਹੜੀ ਪਾਵਰ, ਸ਼ਕਤੀ ਹੈ, ਤਾਕਤ ਹੈ ਜਾਂ ਬਰਕਤ ਹੈ, ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੀ ਗੱਲ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੀ ਗੱਲ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਸ ਦੀ? ਜਾਕੈ ਸਿਮਰਨ ਸੂਖ ਨਿਵਾਸ। ਸੋ ਜਿਸ ਦੇ ਅੰਦਰ ਭਜਨ ਸਿਮਰਨ ਹੈ, ਉਹਦੇ ਅੰਦਰ ਸੁੱਖਾਂ ਦਾ ਭੰਡਾਰ ਹੈ। ਉਸ ਦੇ ਕੋਲ ਹਰ ਤਰ੍ਹਾਂ ਦੇ ਸੁੱਖ ਨੇ, ਹਰ ਤਰ੍ਹਾਂ ਦਾ ਜਵਾਬ ਹੈ। ਭਈ ਕਲਿਆਣ ਦੁੱਖ ਹੋਵਤ ਨਾਸ, ਔਰ ਸਦਾ ਹੀ ਖੁਸ਼ੀ ਬਣੀ ਰਹਿੰਦੀ ਹੈ, ਸੁੱਖ ਸਾਂਦ ਬਣੀ ਰਹਿੰਦੀ ਹੈ, ਔਰ ਦੁੱਖਾਂ ਦਾ ਨਾਸ਼ ਹੁੰਦਾ ਰਹਿੰਦਾ ਹੈ। ਭਈ ਕਲਿਆਣ ਦੁੱਖ ਹੋਵਤ ਨਾਸ, ਆਨੰਦ ਕਰੋ ਪ੍ਰਭ ਕੇ ਗੁਣ ਗਾਵੋ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਭਾਈ ਆਪਣੇ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲ ਕੇ ਗੁਰੂ ਦੀ ਪ੍ਰਸੰਨਤਾ ਹਾਸਲ ਕਰੋ, ਗੁਰੂ ਦੀ ਮਿਹਰ ਪ੍ਰਾਪਤ ਕਰੋ, ਆਨੰਦ ਕਰੋ ਪ੍ਰਭ ਕੇ ਗੁਣ ਗਾਵੋ। ਉਸ ਦੇ ਗੁਣ ਗਾ ਕੇ ਪ੍ਰਸੰਨਤਾ ਪ੍ਰਾਪਤ ਕਰੋ, ਮਤਲਬ ਖੁਸ਼ੀ ਹਾਸਲ ਕਰੋ, ਆਨੰਦ ਪ੍ਰਾਪਤ ਕਰੋ। ਸਤਿਗੁਰੀ ਆਪਣਾ ਸਦਾ ਸਦਾ ਮਨਾਵੋ ਰਹੋ। ਤੇ ਹੁਕਮ ਦੇ ਵਿੱਚ ਰਹਿ ਕੇ ਸਿਫਤ ਸਲਾਹ ਕਰਕੇ ਪ੍ਰਮਾਤਮਾ ਨੂੰ ਅਸੀਂ ਖੁਸ਼ ਕਰ ਸਕਦੇ ਹਾਂ, ਮਨਾ ਸਕਦੇ ਹਾਂ। ਜਿਵੇਂ ਆਪਣੀ ਗੱਲ ਮਨਵਾਉਣੀ ਹੁੰਦੀ ਹੈ, ਸੋ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਵੀ ਮਨਾਉਣਾ ਹੁੰਦਾ। ਇੱਥੇ ਇਹ ਨਹੀਂ ਅਸੀਂ ਕਹਿ ਸਕਦੇ ਵੀ ਪ੍ਰਮਾਤਮਾ ਸਾਡੇ ਨਾਲ ਰੁੱਸਿਆ, ਕਿਉਂਕਿ ਆਮ ਕਰਕੇ ਕਿਹਾ ਜਾਂਦਾ ਵੀ ਜਿਹੜਾ ਰੁੱਸਿਆ ਹੋਵੇ ਉਸ ਨੂੰ ਮਨਾਇਆ ਜਾਂਦਾ। ਇੱਥੇ ਮਨਾਉਣ ਦਾ ਮਤਲਬ ਹੈ ਉਸ ਨੂੰ ਪ੍ਰਸੰਨ ਕਰਨਾ। ਉਹ ਰੁੱਸਿਆ ਹੋਇਆ ਨਹੀਂ ਵੀ ਉਸ ਨੂੰ ਮਨਾਉਣਾ, ਇੱਥੇ ਮਤਲਬ ਹੈ ਪ੍ਰਸੰਨ ਕਰਨਾ, ਉਸ ਨੂੰ ਖੁਸ਼ ਕਰਨਾ ਜਾਂ ਇੰਪ੍ਰੈਸ ਕਰਨਾ। ਜਦੋਂ ਉਹ ਖੁਸ਼ ਹੋ ਜਾਏਗਾ, ਇੰਪ੍ਰੈਸ ਹੋ ਜਾਏਗਾ, ਉਹ ਖੁਸ਼ ਕਿਸ ਚੀਜ਼ ਦੇ ਨਾਲ ਹੁੰਦਾ? ਜਦੋਂ ਸਾਡੇ ਵਿੱਚ ਚੰਗੀਆਂ ਆਦਤਾਂ, ਚੰਗਾ ਸੁਭਾਅ, ਚੰਗੇ ਗੁਣ ਪੈਦਾ ਹੋਣ ਲੱਗਦੇ ਨੇ, ਤੇ ਉਹ ਫਿਰ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਉਹ ਸਾਡੇ 'ਤੇ ਖੁਸ਼ ਹੁੰਦਾ ਹੈ, ਸਾਡੇ 'ਤੇ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਹੈ, ਸਾਡੇ 'ਤੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਸਤਿਗੁਰ ਆਪਣਾ ਸਦਾ ਸਦਾ ਮਨਾਵੋ। ਸਦਾ ਹੀ ਗੁਰੂ ਨੂੰ ਖੁਸ਼ ਕਰਨ ਵਾਸਤੇ, ਉਸ ਦੀ ਪ੍ਰਸੰਨਤਾ ਹਾਸਲ ਕਰਨ ਦੇ ਲਈ ਉਸ ਨੂੰ ਹਮੇਸ਼ਾ ਯਾਦ ਕਰੋ, ਉਸ ਨੂੰ ਹਮੇਸ਼ਾ ਯਾਦ ਕਰੋ। ਆਨੰਦ ਕਰੋ ਪ੍ਰਭ ਕੇ ਗੁਣ ਗਾਵੋ। ਸਤਿਗੁਰੀ ਆਪਣਾ ਸਦਾ ਸਦ ਸਦਾ ਮਨਾਵੋ ਰਹੋ। ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਗੁਰੂ ਦਾ ਸ਼ਬਦ ਮਹਾਰਾਜ ਜੀ ਕਹਿੰਦੇ ਹਰ ਵੇਲੇ ਆਪਣੇ ਹਿਰਦੇ ਦੇ ਵਿੱਚ ਜਪੋ, ਹਰ ਵੇਲੇ ਯਾਦ ਰੱਖੋ, ਹਰ ਵੇਲੇ ਹੀ ਉਸ ਨੂੰ ਆਪਣੇ ਅੰਦਰ ਜਪਦੇ ਰਹੋ। ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਔਰ ਆਪਣੇ ਘਰ ਦੇ ਵਿੱਚ ਹੀ ਉਸ ਨੂੰ ਪ੍ਰਾਪਤ ਕਰੋ, ਪ੍ਰਗਟ ਕਰੋ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਲੱਭੋ ਜਾਂ ਪ੍ਰਾਪਤ ਕਰੋ ਜਾਂ ਉਹਨੂੰ ਦੇਖੋ। ਆਪਣੇ ਘਰ ਦੇ ਵਿੱਚ ਵੇਖਣਾ ਉਸ ਨੂੰ, ਆਪਣੇ ਘਰ ਵਿੱਚ, ਦੂਸਰੇ ਦੇ ਘਰ ਦੇ ਵਿੱਚ ਨਹੀਂ ਵੇਖਣਾ।
ਆਪਣੇ ਘਰ ਵਿੱਚ ਚੀਜ਼ ਕਿਧਰੇ ਰੱਖੀ ਜਾਏ, ਕਿਧਰੇ ਗਵਾਚ ਜਾਏ ਜਾਂ ਖੁੰਝ ਜਾਏ, ਤੇ ਉਸ ਚੀਜ਼ ਨੂੰ ਆਪਣੇ ਘਰ ਵਿੱਚ ਹੀ ਵੇਖਣਾ, ਆਪਣੇ ਘਰ ਦੇ ਵਿੱਚੋਂ ਹੀ ਪ੍ਰਾਪਤ ਕਰਨਾ, ਨਾ ਕਿ ਅਸੀਂ ਕਿਧਰੇ ਹੋਰ ਉਸ ਚੀਜ਼ ਨੂੰ ਲੱਭਣਾ। ਸੋ ਇਸ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਆਪਣੇ ਘਰ ਹੀ ਉਸ ਵਸਤੂ ਨੂੰ, ਉਸ ਚੀਜ਼ ਨੂੰ ਪ੍ਰਾਪਤ ਕਰੋ ਜਿਸ ਨੂੰ ਕਹਿੰਦੇ ਨੇ ਸ਼ਬਦ, ਜਿਸ ਨੂੰ ਕਹਿੰਦੇ ਨੇ ਸ਼ਬਦ ਸਰੂਪ ਵਾਹਿਗੁਰੂ। ਉਹ ਹਮੇਸ਼ਾ ਹੀ ਅੰਦਰੋਂ ਹੀ, ਜਿਨ੍ਹਾਂ ਨੂੰ ਵੀ ਪ੍ਰਾਪਤ ਹੋਇਆ ਉਹਨਾਂ ਨੇ ਅੰਦਰੋਂ ਹੀ ਪ੍ਰਾਪਤ ਕੀਤਾ, ਉਹਨਾਂ ਨੇ ਮਿਹਨਤ ਨਾਲ ਪ੍ਰਾਪਤ ਕੀਤਾ, ਖੋਜ ਕੇ ਪ੍ਰਾਪਤ ਕੀਤਾ, ਇਹ ਉਸ ਨੂੰ ਸਮਝ ਕੇ ਪ੍ਰਾਪਤ ਕੀਤਾ, ਨਾ ਕਿ ਉਹਨਾਂ ਨੇ ਉਸ ਨੂੰ ਬਾਹਰ। ਮਹਾਰਾਜ ਜੀ ਕਹਿੰਦੇ ਗੁਰ ਘਰ ਹੀ ਮਾਹੇ ਦਿਖਾਇਆ ਤਾ। ਉਹ ਗੁਰੂ ਜਿਹੜਾ ਹੈ ਜਾਂ ਪ੍ਰਮਾਤਮਾ ਜਿਹੜਾ ਹੈ ਉਹ ਘਰ ਦੇ ਵਿੱਚ ਹੀ ਦਿਸ ਜਾਂਦਾ ਜਾਂ ਦਿਖਾ ਦਿੱਤਾ ਜਾਂਦਾ। ਜੇ ਕੋਈ ਦਾਅਵਾ ਕਰਦਾ ਵੀ ਉਸ ਪ੍ਰਮਾਤਮਾ ਨੂੰ ਮੈਂ ਤੁਹਾਨੂੰ ਦਿਖਾਉਣਾ, ਤੇ ਉਹ ਪਹਿਲਾਂ ਮਨੁੱਖ ਨੂੰ ਉਸ ਦੇ ਅੰਦਰੋਂ ਹੀ ਉਸ ਨੂੰ ਦਿਖਾਉਂਦਾ। ਅੰਦਰੋਂ ਦਿਖਾਉਣ ਦਾ ਮਤਲਬ ਹੁੰਦਾ ਵੀ ਅੰਦਰੋਂ ਜਗਾਉਣਾ ਹੈ ਬਸ ਬੰਦੇ ਨੂੰ। ਜਿਹੜਾ ਬੰਦਾ ਅਗਿਆਨਤਾ ਦੀ ਨੀਂਦ ਸੁੱਤਾ ਹੋਇਆ ਉਸ ਨੂੰ ਜਗਾ ਦੇਣਾ ਬਸ, ਇਸ ਨੂੰ ਹੀ ਕਹਿੰਦੇ ਨੇ ਅੰਦਰੋਂ ਦਿਖਾਉਣਾ। ਜਿਹੜਾ ਅੰਦਰੋਂ ਚੁੱਪ ਕਰਕੇ ਜਾਗ ਗਿਆ, ਚੁੱਪ ਵੀ ਕਰ ਗਿਆ ਤੇ ਜਾਗ ਗਿਆ, ਜਦੋਂ ਅੰਦਰੋਂ ਜਾਗਿਆ ਹੋਏਗਾ ਤੇ ਅੰਦਰੋਂ ਹੀ ਇਸ ਨੂੰ ਗਿਆਨ ਦਾ ਦੂਜਾ ਸਰੂਪ ਵੀ ਪ੍ਰਮਾਤਮਾ ਹੈ। ਗੁਰਬਾਣੀ ਕੀ ਹੈ? ਗਿਆਨ। ਗਿਆਨ ਕੀ ਹੈ? ਪ੍ਰਮਾਤਮਾ। ਬਾਣੀ ਕੀ ਹੈ? ਗੁਰੂ। ਗੁਰੂ ਕੀ ਹੈ? ਬਾਣੀ। ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਤੇ ਬਾਣੀ ਨੂੰ ਦੂਜੇ ਰੂਪ ਦੇ ਵਿੱਚ ਅਸੀਂ ਟਰਾਂਸਲੇਟ ਕਰਕੇ ਕਹੀਏ ਤੇ ਉਹ ਹੈ ਗਿਆਨ। ਜਿਸ ਕੋਲ ਗਿਆਨ ਹੈ ਉਸ ਕੋਲ ਗੁਰੂ ਹੈ। ਜਿਸ ਦੇ ਕੋਲ ਗੁਰੂ ਦੇ ਸ਼ਬਦ ਦਾ ਗਿਆਨ ਨਹੀਂ, ਪ੍ਰਕਾਸ਼ ਨਹੀਂ, ਉਹਦੇ ਕੋਲ ਗੁਰੂ ਵੀ ਨਹੀਂ ਹੈ। ਧਿਆਨ ਦੇਣਾ। ਜਿਸ ਦੇ ਪਾਸਪੋਰਟ ਦੇ, ਜਿਸ ਦੇਸ਼ ਵਿੱਚ ਰਹਿੰਦਾ ਉੱਥੇ ਦੀ ਮੋਹਰ ਹੈ, ਉੱਥੇ ਦੀ ਸਿਟੀਜ਼ਨਸ਼ਿਪ ਹੈ, ਉਹ ਉੱਥੇ ਦਾ ਨਾਗਰਿਕ ਹੈ। ਜਾਂ ਜਿਸ ਕੋਲ ਰੈੱਡ ਪਾਸਪੋਰਟ ਹੈ ਉਸ ਦੀ ਕਈ ਦੇਸ਼ਾਂ ਵਿੱਚ ਆਉਣੀ ਜਾਣੀ, ਉਸ ਨੂੰ ਕਹਿਣ ਦੀ ਜ਼ਰੂਰਤ ਨਹੀਂ, ਰੌਲਾ ਪਾਉਣ ਦੀ ਜ਼ਰੂਰਤ ਨਹੀਂ, ਮੈਨੂੰ ਜਹਾਜ਼ ਵਿੱਚ ਬਿਠਾ ਲਓ ਅਤੇ ਮੈਨੂੰ ਉੱਥੇ ਲੈ ਜਾਓ। ਉਹਦੇ ਕੋਲ ਜਿਹੜਾ ਉਹ ਕਾਗਜ਼ ਹੈ, ਉਹ ਪੱਤਰ ਹੈ, ਉਹ ਬੋਲੇਗਾ ਵੀ ਇਹਦੇ ਕੋਲ ਰਾਈਟ ਹੈ, ਇਹਦੇ ਕੋਲ ਇਹ ਚੀਜ਼ ਹੈ, ਇਸ ਨੇ ਇਹ ਚੀਜ਼ ਮਿਹਨਤ ਨਾਲ ਪ੍ਰਾਪਤ ਕੀਤੀ ਹੈ, ਇਸ ਨੇ ਕਿਸੇ ਦੇਸ਼ ਵਿੱਚ ਰਹਿ ਕੇ ਮਿਹਨਤ ਕੀਤੀ ਹੈ, 10 ਦੀ ਕਿਰਤ ਕੀਤੀ ਹੈ, ਟੈਕਸ ਪੇ ਕੀਤੇ ਨੇ, ਸਰਕਾਰ ਨੂੰ, ਗੌਰਮੈਂਟ ਨੂੰ ਇਸ ਨੇ ਆਪਣੀ ਕਮਾਈ ਦੇ ਵਿੱਚੋਂ ਪੈਸੇ ਦਿੱਤੇ ਨੇ, ਅਤੇ ਉਹਦੇ ਬਦਲੇ ਇਸ ਨੂੰ ਇੰਨੀ ਸਹੂਲਤ ਦਿੱਤੀ ਗਈ ਹੈ ਵੀ ਜਾ ਵੀ ਜਿਹੜੇ ਮਰਜ਼ੀ ਦੇਸ਼ ਤੁਰ ਫਿਰ, ਘੁੰਮ ਫਿਰ, ਨਾਗਰਿਕਤਾ ਲੈ। ਬਸ ਜਦੋਂ ਮਹਾਰਾਜ ਸਾਡੀ ਮਿਹਨਤ 'ਤੇ ਖੁਸ਼ ਹੁੰਦਾ, ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਅੰਮ੍ਰਿਤ ਵੇਲੇ ਉੱਠਣਾ ਔਖਾ, ਇਹ ਮਿਹਨਤ ਹੈ, ਉੱਦਮ ਹੈ। ਔਰ ਜਦੋਂ ਉਹਦੀ ਯਾਦ ਵਿੱਚ ਬਹਿੰਦੇ ਹਾਂ, ਗੁਰੂ ਘਰ ਆਉਂਦੇ ਹਾਂ, ਪੁੰਨ ਕਰਦੇ ਹਾਂ, ਦਾਨ ਕਰਦੇ ਹਾਂ, ਔਰ ਚੰਗੇ ਸੁਭਾਅ ਦੇ ਮਾਲਕ ਬਣ ਕੇ ਸੰਸਾਰ ਵਿੱਚ ਵਿਚਰਦੇ ਹਾਂ, ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਪ੍ਰੋਗਰੈਸ ਰਿਪੋਰਟ ਹੈ ਪਰਮਾਤਮਾ ਦੇ ਲਈ। ਉਹ ਜਦੋਂ ਸਾਡਾ ਇਹ ਪ੍ਰੋਗਰੈਸ ਰਿਪੋਰਟ ਕਾਰਡ ਦੇਖਦਾ ਤੇ ਫਿਰ ਸਾਨੂੰ ਉਹ ਤਰੱਕੀ ਬਖਸ਼ ਦਿੰਦਾ, ਜਾਂ ਇੰਝ ਕਹਿ ਲਈਏ ਸਾਨੂੰ ਸੋਝੀ ਅਤੇ ਜਾਣਕਾਰੀ ਜਾਂ ਗਿਆਨ ਦੇ ਦਿੰਦਾ। ਅਤੇ ਜਿਸ ਕੋਲ ਗਿਆਨ ਆ ਗਿਆ ਉਹਦੇ ਕੋਲ ਪਰਮਾਤਮਾ ਵੀ ਆ ਗਿਆ। ਧਿਆਨ ਦੇਣਾ, ਜਿਸ ਕੋਲ ਗਿਆਨ ਆ ਗਿਆ, ਜਿਸ ਕੋਲ ਵੀਜ਼ਾ ਆ ਗਿਆ, ਜਿਸ ਕੋਲ ਬੋਰਡਿੰਗ ਪਾਸ ਆ ਗਿਆ ਹੱਥ ਵਿੱਚ, ਉਹ ਜਹਾਜ਼ ਵਿੱਚ ਬਹਿ ਸਕਦਾ। ਅਤੇ ਜਿਸ ਕੋਲ ਗੁਰੂ ਦਾ ਨਾਮ ਆ ਗਿਆ, ਗੁਰੂ ਦੇ ਨਾਮ ਦੀ ਸਟੈਂਪ ਆ ਗਈ, ਜਾਂ ਜਿਹਨੂੰ ਬਖਸ਼ਿਸ਼ ਵੀ ਕਹਿ ਦਈਏ, ਜਿਸ ਦੇ ਅੰਦਰ ਬਖਸ਼ਿਸ਼ ਪ੍ਰਾਪਤ ਹੋ ਗਈ, ਗਿਆਨ ਮਿਲ ਗਿਆ, ਅਤੇ ਉਹ ਫਿਰ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਗੁਰ ਜਹਾਜ਼ ਖੇਵਟ ਗੁਰ, ਗੁਰਬਿਨ ਤਰਿਆ ਨਾ ਕੋਏ। ਉਹ ਸ਼ਬਦ ਰੂਪੀ ਜਹਾਜ਼ ਵਿੱਚ ਬਹਿ ਕੇ ਪਰਮ ਪਿਤਾ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਸੋ ਇਹ ਜਿਹੜੀ ਚੀਜ਼ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਆਪਣੇ ਅੰਦਰੋਂ ਥਿਰ ਘਰ ਬੈਠੇ, ਆਪਣੇ ਅੰਦਰ ਬੈਠੇ
ਅਸੀਂ ਖੋਜਣਾ ਤੇ ਫਰੋਲਣਾ ਦੂਜੇ ਨੂੰ ਨਹੀਂ ਹੈ। ਮਨੁੱਖ ਦੀ ਆਦਤ, ਇਨਸਾਨ ਦੀ ਫਿਤਰਤ ਹੈ ਦੂਜੇ ਨੂੰ ਫਰੋਲਣਾ, ਦੂਜੇ ਨੂੰ ਦੇਖਣਾ। ਕਮੀ ਜਿਹੜੀ ਹੈ ਮਹਾਰਾਜ ਜੀ ਦੀ ਬਾਣੀ ਵਿੱਚ ਲਿਖਿਆ ਵੀ ਆਪਣੇ ਵਿੱਚ ਵੇਖਣੀ ਹੈ ਤੇ ਗੁਣ ਦੂਜੇ ਵਿੱਚ ਵੇਖਣਾ, ਇਹ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਸਾਰਿਆਂ ਨੂੰ, ਮੈਨੂੰ ਤੁਹਾਨੂੰ ਇਹ ਹੁਕਮ ਹੈ ਵੀ ਅਵਗੁਣ ਜਿਹੜਾ ਹੈ ਉਹ ਆਪਣਾ ਵੇਖਣਾ, ਗੁਣ ਜਿਹੜਾ ਦੂਜੇ 'ਚ ਵੇਖਣਾ। ਕੰਮ ਉਲਟ ਹੋ ਗਿਆ, ਗੁਣ ਅਸੀਂ ਆਪਣਾ ਵੇਖੀ ਜਾਂਦੇ ਹਾਂ ਤੇ ਅਵਗੁਣ ਦੂਸਰੇ ਦਾ, ਤੇ ਉਹ ਪਰਮਾਤਮਾ ਦੂਰ ਹੋ ਗਿਆ। ਪਰਮਾਤਮਾ ਜਿਹੜਾ ਸੀ, ਜਿਹੜੇ ਘਰ ਵਿੱਚੋਂ, ਜਿਸ ਸੋਚ ਦੇ ਵਿੱਚੋਂ ਉਹਨੇ ਬਾਹਰ ਆਉਣਾ ਸੀ, ਜਿਸ ਸੋਚ ਵਿੱਚੋਂ ਪ੍ਰਗਟ ਹੋਣਾ ਸੀ, ਉਹ ਸੋਚ ਵਿੱਚ ਅਸੀਂ ਦੂਜੇ ਦਾ ਅਵਗੁਣ ਲੈ ਜਾਂਦਾ। ਉੱਥੇ ਤੇ ਪਰਮਾਤਮਾ ਨੇ ਬਹਿਣਾ ਸੀ ਤੇ ਬਹਾ ਲਿਆ ਕਿਸੇ ਦਾ ਅਵਗੁਣ, ਤੇ ਪਰਮਾਤਮਾ ਵਾਸਤੇ ਜਗ੍ਹਾ ਨਹੀਂ ਰੱਖੀ, ਉਹ ਕਿੱਥੇ ਬੈਠੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਸ ਭਾਂਡੇ ਨੂੰ ਤੇ ਤੂੰ ਸਾਫ਼ ਕਰਕੇ ਗੁਣ ਪ੍ਰਾਪਤ ਕਰਨਾ ਸੀ। ਧਿਆਨ ਦੇਣਾ, ਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਉੱਥੇ ਜਾਂਦੀਆਂ ਨੇ ਜਿੱਥੇ ਮਿਠਾਸ ਹੋਵੇ, ਫੁੱਲ ਹੋਵੇ, ਤੇ ਜਿੱਥੇ ਉਜਾੜ ਹੋਵੇ ਉੱਥੇ ਕੌਣ ਰਹਿੰਦਾ? ਉੱਥੇ ਤੇ ਕੋਈ ਵੀ ਨਹੀਂ ਰਹਿੰਦਾ, ਪਸ਼ੂ ਪੰਛੀ ਵੀ ਮਰ ਜਾਂਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਦੁਨੀਆ ਦੇ ਵਿੱਚੋਂ ਭੌਰਾ ਬਣ ਕੇ ਮਿਠਾਸ ਪ੍ਰਾਪਤ ਕਰਨੀ ਹੈ, ਨਾ ਕਿ ਭੈੜੀ ਮੱਖੀ ਬਣ ਕੇ ਗੰਦੀ ਮੰਦੀ ਚੀਜ਼ 'ਤੇ ਬਹਿਣਾ। ਮੱਖੀਆਂ ਵੀ ਕਈ ਪ੍ਰਕਾਰ ਦੀਆਂ ਨੇ, ਬੰਦੇ ਵੀ ਕਈ ਪ੍ਰਕਾਰ ਦੇ ਨੇ। ਧਿਆਨ ਦੇਣਾ, ਜਾਨਵਰ ਕਈ ਬਹੁਤ ਚੰਗੇ ਨੇ, ਕਈ ਬਹੁਤ ਮਾੜੇ ਨੇ। ਬੰਦੇ ਵੀ ਦੁਨੀਆ ਵਿੱਚ ਬਹੁਤ ਚੰਗੇ ਨੇ, ਬਹੁਤ ਮਾੜੇ ਨੇ। ਜਿਨ੍ਹਾਂ ਦਾ ਪਸ਼ੂਆਂ ਵਰਗਾ ਸੁਭਾਅ ਬਾਣੀ ਵਿੱਚ ਲਿਖਿਆ ਉਹ ਮਾੜੇ ਨੇ, ਜਿਨ੍ਹਾਂ ਦਾ ਰੱਬ ਵਰਗਾ ਸੁਭਾਅ ਉਹ ਚੰਗੇ ਨੇ। ਕਿਉਂਕਿ ਬਾਣੀ ਵਿੱਚ ਲਿਖਿਆ ਕਰਤੂਤ ਪਸ਼ੂ ਕੀ, ਕਰਤੂਤਾਂ ਜਿਹਦੀਆਂ ਪਸ਼ੂ ਵਾਲੀਆਂ, ਮਾਨਸ ਜਾਤ, ਤੇ ਜਾਮਾ ਇਸ ਨੇ ਪਾਇਆ ਹੋਇਆ ਮਨੁੱਖਾਂ ਦਾ। ਤੇ ਫਿਰ ਲੋਕ ਵਿਚਾਰਾ ਕਰੇ ਦਿਨ ਰਾਤ, ਪਸ਼ੂ ਕਰੇ ਚੰਗਿਆਈਆਂ ਖੜਕਾਵੇ ਅੰਮ੍ਰਿਤ ਦੇ। ਜਿਹੜੇ ਪਸ਼ੂ ਨੇ ਮਹਾਰਾਜ ਜੀ ਕਹਿੰਦੇ ਉਹ ਤੇ ਤੇਰੇ ਨਾਲ ਖਰੇ ਹੋ ਗਏ, ਚੰਗੇ ਹੋ ਗਏ, ਵਧੀਆ ਹੋ ਗਏ। ਕਿਉਂਕਿ ਉਹ ਪਸ਼ੂ ਜਿਹੜੇ ਨੇ ਕੁਝ ਨਾ ਕੁਝ ਚੰਗੀ ਚੀਜ਼ ਜਿਹੜੀ ਜਿਹੀ ਹੈ ਪ੍ਰਦਾਨ ਕਰਦੇ ਨੇ। ਮਨੁੱਖ ਨੇ ਕੀ ਪ੍ਰਦਾਨ ਕੀਤਾ? ਜਿਸ ਨੇ ਮਾੜਾ ਸੁਭਾਅ ਧਾਰਨ ਕਰਕੇ ਲੜਾਈ ਝਗੜੇ, ਖਰੂਦ, ਪਰੇਸ਼ਾਨੀਆਂ ਇਹ ਪੈਦਾ ਕੀਤੀਆਂ, ਉਹਨੂੰ ਬਾਣੀ ਵਿੱਚ ਕਿਹਾ ਪਸ਼ੂ। ਪਸ਼ੂ ਔਰ ਬਾਣੀ ਵਿੱਚ ਕਿਹਾ ਨਾਨਕ ਸੇ ਨਰ ਅਸਲ ਖਰ। ਨਾਨਕ ਤੇ ਨਰ ਅਸਲ ਖਰ। ਖਰ ਕਹਿੰਦੇ ਨੇ ਗਧੇ ਨੂੰ। ਜੇ ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਦੇ ਪੱਲੇ ਮਹਾਰਾਜ ਜੀ ਕਹਿੰਦੇ ਕੁਝ ਹੋਵੇ ਨਾ ਤੇ ਗੱਲਾਂ ਦੇ ਨਾਲ ਹੀ ਪਹਾੜ ਬਣਾਈ ਜਾਣ, ਗੱਲਾਂ ਦੇ ਨਾਲ ਹੀ ਸੱਚੇ ਹੋਈ ਜਾਣ। ਮਤਲਬ ਜਿਹਦੇ ਵਿੱਚ ਗੁਣ ਹੋਵੇ ਨਾ ਤੇ ਉੱਦਾਂ ਹੀ ਆਪਣੇ ਉੱਦਾਂ ਹੀ ਹੰਕਾਰ ਕਰੀ ਜਾਣ। ਬਿਨ ਗੁਣ ਗਰਭ ਕਰਨ ਦਾ ਮਤਲਬ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਉਹ ਗਧੇ ਹੈ। ਨਾਨਕ ਸੇ ਨਰ, ਉਹ ਮਨੁੱਖ, ਅਸਲ ਖਰ, ਅਸਲ ਵਿੱਚ ਗਧੇ। ਜੇ ਬਿਨ ਗੁਣ ਗਰਭ ਕਰੰਤ, ਤੇ ਭਲੇ ਕੁਛ ਹੈ ਨਾ, ਕੁਝ ਹੋਵੇ ਨਾ ਤੇ ਢੰਡੋਰਾ ਸਾਰੇ ਸ਼ਹਿਰ ਵਿੱਚ, ਪਿੰਡ ਵਿੱਚ ਵੀ ਮਹਾਰਾਜ ਜੀ ਕਹਿੰਦੇ ਉਹ ਸਖਣੇ ਨੇ, ਉਹ ਇਨਸਾਨ ਨਹੀਂ। ਵੈਸੇ ਗੁਰੂ ਸਾਹਿਬ ਜੀ ਬਾਣੀ ਵਿੱਚ ਦੱਸਦੇ ਨੇ ਵੀ ਜਿਨ੍ਹਾਂ ਦੇ ਪੱਲੇ ਕੁਛ ਹੁੰਦਾ ਹੈ ਉਹ ਬੋਲਦੇ ਨਹੀਂ। ਜਿਨ੍ਹਾਂ ਦਾ ਭਾਂਡਾ ਊਣਾ ਹੁੰਦਾ ਨਾ ਉਹ ਛਲਕਦਾ ਹੈ। ਜਿਹੜਾ ਭਾਂਡਾ ਲਵਾ ਲਵ ਜਾਂ ਨੱਕੋ ਨੱਕ ਭਰਿਆ ਹੋਵੇ, ਕਹੋ ਕਬੀਰ ਛੂਛਾ ਘੱਟ ਬੋਲੇ। ਊਣੀ ਚੀਜ਼ ਪਈ ਹੋਵੇ, ਘੱਟ ਭਾਂਡੇ ਵਿੱਚ ਪਈ ਹੋਵੇ ਨਾ, ਡੱਬੇ ਦੇ ਵਿੱਚ ਤੁਸੀਂ 2 ਕਿਲੋ ਵਾਲੇ ਡੱਬੇ ਦੇ ਵਿੱਚ ਪਾਈਆ ਦਾਲ ਪਾ ਦਿਓ, ਉਹਨੂੰ ਹਿਲਾਓ ਤੇ ਉਹਦਾ ਖੜਕਾ ਸੁਣੇਗਾ। ਕਹੋ ਕਬੀਰ ਛੂਛਾ ਘੱਟ, ਜਿਹਦੇ ਵਿੱਚ ਘੱਟ ਚੀਜ਼ ਹੈ ਉਹ ਛਲਕਦਾ। ਚਾਹੇ ਤੁਸੀਂ ਕੋਈ ਦੁੱਧ ਜਾਂ ਪਾਣੀ ਪਾ ਦਿਓ, 2 ਕਿਲੋ ਵਾਲੇ 'ਚ ਪਾਈਆ ਪਾ ਦਿਓ, ਛਲਕੇਗਾ। ਤੇ ਜੇ 2 ਕਿਲੋ ਵਿੱਚ 2 ਕਿਲੋ ਚੀਜ਼ ਪਾ ਦੇਵੇ ਉਹ ਹਿੱਲੇਗਾ ਨਹੀਂ, ਛਲਕੇਗਾ ਨਹੀਂ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜਾ ਭਰਿਆ ਹੁੰਦਾ ਉਹ ਮਹਾਰਾਜ ਜੀ ਕਹਿੰਦੇ ਰੌਲਾ ਹੀ ਨਹੀਂ ਪਾਉਂਦਾ। ਉਹ 4 ਬੰਦਿਆਂ ਵਿੱਚ ਖਲੋ ਕੇ ਨਹੀਂ ਦੱਸਦਾ ਵੀ ਮੈਂ ਨਿਤਨੇਮੀ ਹਾਂ।
वो महल्ले विच ही रौला नहीं पाਉਂਦਾ भी मैं सेवा कर आया, खंड की बोरी दे आया, चादर चढ़ा आया। वो नहीं दसदा, वो नहीं बोलता। जिहड़ा खाली है तो सखना वो रौला पाਉਂਦਾ। ध्यान देना। सो दुनिया दे विच जिहड़े घट बोलते हैं, जिहड़े चुप चुप रहिंदे ने, समझ लेना वो भरे हुए ने। जिहड़े किसी कोल बहुते बहिंदे नहीं, समझ लेना भरे हुए ने। ते जिहड़े हर वेले ही रौला ही पाई जान, हर वेले बोली जान, हर वेले अपना प्रदर्शन करी जान अकल दा, मैं सियाणा, मैं सियाणा, मैं सियाणा। सियाणा कहने की जरूरत नहीं है। सियाणे दी सियाणप ते खामोशी तो पता लग जाती है। ध्यान देना। चार बंदे खलोते हैं, एक बोली जाए, एक बोले ही ना, वो खामोशी दसदी है भी बंदा सियाणा। ये किसी की गल विच नहीं आ रहा, ये सियाणा। सियाणप ते एक खामोशी ही दस दिंदी है, अल्फाजां ने दे की दसना। सियाणप दे अखियां दस दिंदियां ने, मत्था दस दिंदा, होर की दसना। इस करके गुरु साहब जी कहते अपने घर बह के, भाई थिर घर बैठे प्रभ अपना पावो। अपने मालक नू अपने घर विच बह के ही प्राप्त करो जी। सब किछ घर में बाहर नाहे, बाहर टोले सो भरम भला है। क्योंकि एक बाणी जो गुरु जी ने अपनी रचना की है ना, गुरु अर्जन देव पातशाह का शब्द है ना, वो लगभग 1600 सन के करीब है। उस समय दे विच जिहड़े भगती करन वाले लोग सी, अक्सर वो घर नूं छड्ड के बाहर चले जाते सन। कोई किसी जंगल में चला गया, कोई किसी तीर्थ स्थान से चला गया, कोई गंगा के किनारे चला गया, गोदावरी से चला गया, कोई किसी साध के डेरे चला गया, कोई किधरे, मतलब इदा मतलब घर छड्ड देंदे सी। जिहड़े कहंदे जी तपस्वी बनना, भगत बनना, वो घर छड्ड देंदे सी। ते साडे गुरुआं ने कहता तैनूं संत भी बनावांगे, घर ब्रह्म ज्ञानी भी बाबा बुढ़ा साहब वर्गा बनावांगे, खेती करदा, फसल बीजदा घर। तैनूं शहीदां दा पुत्त भी बनावांगे, घर शहीद भी घर। जे तो तैनूं गुरु बनावांगे, वो भी घर रहिंदा होया बाबे नानक वांगू खेती करदा होया, वो गुरु अंगद देव पातशाह वांगू हट्टी करदा होया, बाबा अमरदास महाराज वांगू गागर ढोंदा होया, गुरु रामदास महाराज जी वांगू घुंगड़ियाँ वेचदा होया। उन्होंने इत्थे ही संत फकीर सब कुछ बना देंगे, साईं इत्थे बना देंगे। इस करके महाराज जी कहते बाहर नहीं भजना। नवें पातशाह ने भी बड़ा स्ट्रिक्ट किया, काहे रे बन खोजन जाई, सर्वनिवासी सदा लेपा तो ही संग सवाई। वो बाहर नहीं है, वो जंगलों के विच नहीं है। बाबा फरीद जी ने भी दस दिता, सानू तत्त कढ़ के दस दिता। मैं लगभग 12+12+12 36 के साल हो सकता, घट वध भी होण, इन्ना के चिर दे कहते जंगल में घूमिया। घूमण तो बाद मैनू ये ज्ञान होया, फरीदा जंगल जंगल क्या भवै, वन कंडा मोड़े, वो वसी रब हरियाली है, जंगल गया ढूंढे। मैनू ज्ञान ने दसिया, मैनू शब्द ने दसिया, मैनू मेरे साईं अल्लाह ने दसिया, तू मैनू वो किधर लभदा फिरदा। मैनू साईं राह विच मिल गया। तुझे किन फरमाई गए भी मैं जंगलों च बैठा। साईं मुझसों लड़ पड़िया, तेनू कहने दसिया भी मैं उत्थे जंगल च बैठा, मैं तो तेरे घर बैठा सी, तेरे अंदर बैठा सी। तू इंसान है, जानवर थोड़ा, तू पत्ते खाने हैं, ठीक है, तेरे लिए भोजन बनया, तू घर में बह के भावें रुखी सुखी खा, रोटी खा, पत्ते पंछी खान, पशु खान जिहड़े जोनियां दे विच ने। कहंदे खुदा मेरे नाल लड़ पिया। तेनू किन्ने गया? साईं मुझसे लड़ पड़िया, तुझे किन फरमाई गए, तेनू किन्ने गाइड किया बई मैं घर तो बाहर हाँ। महाराज जी कहते घर दे विच जोग ना भगवी कपड़ी, जोग ना मैले वेश, नानक घर बैठिया
नानक घर बैठिया जोग पाइए सतगुर कै उपदेश। तू जड़े मर्जी कपड़े पाला, तेनों किहड़ा कोई ना है। पीले पाला, चिट्टे पाला, गेरुए रंग दे पाला, काले पाला, नीले पाला, तेनों कोई मना थोड़ो करदा। जिहड़ी तेरी पसंद है पा के बह जा, रब नाल जुड़, बस घर बह के जुड़। सो गुरु साहब सानू दस रहे हैं, थिर घर बैठे प्रभ अपना ध्याओ। अपने घर दे विच बह के ही दोने घर ने इको, जिथे जिहड़ी एक छत हेठा रहने एक वो घर है, एक हिरदे रूपी घर है। ध्यान देना, रब नू खोजण दा यतन कर। जो प्रभ को मिलवो चाहे खोज शब्द मैं ले। हाँ, जे कोई इस बारे जानता उस सियाणा कोई हो, स्वार्थी ना होवे, धोखेबाज ना होवे, लालची ना होवे, इस तरह का वो कोई जाके सलाह लै सकदा। पुछो जाए सियाणे अगे मिलन कि ना, भी मैनू भी दस दे थोड़ी जी भी ये चीज़ जिहड़ी किदां है। पर जे बंदा अपने आप नू लैण दा इच्छुक होवे, जे पहले ही कहे भी मैं सब कुछ जानदा, मैं तो पहले ही ब्रह्म ज्ञानी हाँ, मैनू की पुछण की जरूरत है। ध्यान देना, मैनू की जरूरत है, मैं सब कुछ जानदा, सानू पता है, ये नालों ज़्यादा पता है, वो इंसान खाली रहेगा। सीखना आखिरी सवास तक चाहिए, सीखना हर एक कोलों चाहिए। बजुर्ग होवे, नौजवान होवे, बच्चा होवे, जीव होवे, निर्जीव होवे, नास्तिक होवे, आस्तिक होवे, भगत होवे, ठग होवे, चोर होवे, सब तो सीखना चाहिए। हर एक बंदा ज्ञान दिंदा। ध्यान देना, बड़ी बार तुसीं सुनिया बेसवा भी ज्ञान दिंदी है, वो भी सिखाउंदी है। शराबी बंदा भी ज्ञान दे दिंदा है। ध्यान देना, टाइम हो गया, तुसीं कहोगे वो किवें भी शराबी बंदा ज्ञान दिंदा, क्यों नहीं दिंदा भी ज्ञान। एक गंदी चीज़ पिछे सारा कुछ वेच दिंदा, घर वेच दिंदा, पैली वेच दिंदा, भैड़ी चीज़ के बदले। तो गुरबाणी चंगी चीज़ सी ना, सतसंग चंगी चीज़ सी ना, कीर्तन कथा चंगी चीज़ सी ना, इहदे लई की बेचिया सी। उसने माड़ी चीज़ वास्ते अपने भांडे तक, पतीले तक बेच दिते, सिलेंडर तक बेच दिते। तो असी जेड़े उन्होंने इन्ना प्यार उस नशे नाल, कमाल करती उन्हें बई, परवाह ही नहीं की भी मैं दुखी होवांगा, रोटी पानी बंद हो जाएगा, पैली बन्ना बेच दिता, उन्हें परवाह नहीं की, नशे की लई सब कुछ बेच दिता। ये साडे नाल तो वो नंबर लै गया। तो असी सच नूं प्राप्त करने दे लई, गुरु नूं प्राप्त करने दे लई, वैसे सानू कुछ बेचण नूं क्या नहीं, इको ही चीज़ महाराज जी कहते तू बेच, मन बेच सतगुर के पास, ते सेवक गया कालज रास। तू मन बेच दे, बस इन्ना कुछ चाहिए, होर तेरिया चीज़ां चाहिए भी नहीं महाराज जी सानू, क्योंकि महाराज तो सानू दिंदा धन दौलत पदार्थ। ठीक है जी, ये सब कुछ गुरु साहब सानू तो आप देंदे ने। गुरु नूं की चाहिए, गुरु तो कहता भी अपना मन बेच दे मैनू। सो इस करके गुरु साहब जी कहते हैं दुनिया की हर चीज़ तो तू सिक्ख्या प्राप्त कर। तो जे तू कहें भी कला मैं गुरुद्वारे तो ही सिक्ख्या प्राप्त करनी, बाकी च नहीं करनी, फिर तेरी गल नहीं बननी। इत्थों जिहड़ी चीज़ लैके जानी है, ध्यान देना, ये जिहड़े मैडिकल स्टूडेंट्स होंदे हैं ना, उन्होंने पहला थ्योरी पढ़ाई जाती, ब्लैक बोर्ड से या वैसे रिटन लिखाई जाती, फिर कहते चलो लैब में चलो, प्रयोगशाला में चलो, उत्थे जाके फिर पशु पंछी जानवरों का ऑपरेट किया जाता, ऑपरेशन किया जाता, सर्जरी की जाती, उन्होंने प्रैक्टिस कराई जाती है प्रयोगशाला में। इत्थों असी पढ़ाई की गुरमत की, तो संसार है एक प्रयोगशाला। इत्थे सानू चैलेंज आने ने, चुनौतियाँ आउणियां ने, उन्हां चुनौतियां दे विचों लंघदे होए लाइफ इज़ स्ट्रगल, संघर्ष करते हुए इस समाज नूं, इस संसार नूं पार करना। बस यही दुनिया, यही जीवन है। ये भी नहीं कहना कि किते घर दे विच कुंडा ला के बह जाइए, मुड़ के घर बाहर ना निकलीए, नहीं नहीं। महाराज जी कहते अपने पहला भजन बंदगी विच बहना, फिर घर का बूहा खोलना, दर खोलना, दरवाजा खोलना, फिर की करना, फिर बाहर निकलना बाहरली दुनिया विच, फिर विच दुनिया सेव कमाई है, तां दरगे बैसन पाइए, ये विश्व संसार तुम देख दे, ये हर का रूप है, हर रूप नजरिया है। फिर संसार दे विच महाराज नूं, परमात्मा नूं जरे जरे दे विच, दुश्मन विच, मित्र विच, अपने विच, पराए विच, जमी आसमान सब दे विच उसनूं देखण दा यतन करना है, वो किवें दा दिसदा है।
ਜਿਵੇਂ ਨਾਮਦੇਵ ਜੀ ਕੱਲੀ ਕੱਲੀ ਚੀਜ਼ ਨੂੰ ਤੇ ਆਪਣੇ ਕੱਪੜੇ ਦੇ ਨਾਲ ਜਾਂ ਰੱਖਿਆ ਹੁੰਦਾ ਸੀ ਸਾਫਾ, ਉਹਦੇ ਨਾਲ ਸਾਫ਼ ਕਰਕੇ ਦੇਖਦੇ ਸੀ ਇਹਦੇ ਵਿੱਚ ਵੀ ਉਹ ਹੈ। ਤੇ ਜਦੋਂ ਅੰਦਰੋਂ ਪਹਿਲਾਂ ਕਹਿੰਦੇ ਸੀ ਇਹਦੇ ਵਿੱਚ ਉਹ ਹੈ, ਅੰਦਰੋਂ ਆ ਜਾਂਦੀ ਹਾਂ ਇਹਦੇ ਵਿੱਚ ਵੀ ਉਹ ਹੈ। ਕਹਿੰਦੇ ਜੇ ਇਹਦੇ ਵਿੱਚ ਵੀ ਉਹ ਹੈ ਆ ਜਾ ਫਿਰ ਬਾਹਰ, ਇਹਦੇ ਵਿੱਚੋਂ ਨਿਕਲ ਗਏ। ਉਹ ਕਹਿੰਦੇ ਆ ਵੀ ਨਾਮਦੇਵ ਜੀ ਜਿੱਥੋਂ ਚਾਹੁੰਦੇ ਸੀ ਉੱਥੋਂ ਹੀ ਉਹਨੂੰ, ਭਾਵੇਂ ਦੀਵਾਰ ਹੋਵੇ, ਅੱਗ ਹੋਵੇ, ਪਾਣੀ ਹੋਵੇ, ਕਹਿੰਦੇ ਬਾਹਰ ਆ, ਦਰਸ਼ਨ ਦੇ ਮੈਨੂੰ। ਚਾਹੇ ਕੁੱਤਾ ਹੋਵੇ, ਚਾਹੇ ਕੋਈ ਬੰਦਾ ਹੋਵੇ, ਉਹਦੇ ਵਿੱਚੋਂ ਕਹਿੰਦੇ ਦੇ ਦਰਸ਼ਨ। ਬਾਣੀ ਵਿੱਚ ਲਿਖੀਆਂ ਵਗਦੀ, ਚਾਹੇ ਮਿੱਟੀ ਹੋਵੇ, ਸੋਨਾ ਹੋਵੇ, ਜੋ ਮਰਜ਼ੀ ਚੀਜ਼ ਹੋਵੇ। ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਲਿਖਿਆ, ਉਹ ਕਹਿੰਦੇ ਨੇ ਵੀ ਦੇ ਬੀਠਲ ਦੀਦਾਰ, ਉਹ ਦਰਸ਼ਨ ਕਰਦੇ ਨੇ। ਕਿਉਂਕਿ ਉਹਨਾਂ ਨੇ ਬਾਣੀ ਦੇ ਵਿੱਚ ਪੰਕਤੀ ਲਿਖ ਦਿੱਤੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਕੀੜੀ ਨੂੰ ਦੇਖਦੇ ਨੇ, ਇੱਕ ਹਾਥੀ ਨੂੰ ਦੇਖਦੇ ਨੇ, ਹੈਂ ਜਿਵੇਂ ਚਿੰਟੀ ਤੇ ਕੁੰਚਰਾ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ, ਅਸਥਾਵਰ ਜੰਗਮ ਕੀਟ ਪਤੰਗਮ, ਘੜਘੜ ਰਾਮ ਸਮਾਨਾ ਰੇ। ਉਹਨਾਂ ਨੇ ਪਹਿਲਾਂ ਹਾਥੀ ਵਿੱਚ ਵੀ ਦੇਖਿਆ, ਕੀੜਿਆਂ ਮਕੌੜਿਆਂ ਦੇ ਵਿੱਚ ਵੀ ਉਹਨੂੰ ਪ੍ਰਾਪਤ ਕੀਤਾ ਦੇਖਿਆ, ਫਿਰ ਬਾਣੀ ਵਿੱਚ ਉਚਾਰਨ ਕੀਤਾ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਅੰਕਿਤ ਕੀਤਾ। ਜਦੋਂ ਅਸੀਂ ਵੀ ਸਾਰਿਆਂ ਵਿੱਚ ਦੇਖਾਂਗੇ, ਜਿਵੇਂ ਰਵਿਦਾਸ, ਕਬੀਰ, ਨਾਮਦੇਵ ਅਤੇ ਹੋਰ ਕਿੰਨੇ ਭਗਤ ਨੇ, ਤਰਲੋਚਨ, ਸਾਰਿਆਂ ਨੂੰ ਮਹਾਰਾਜ ਜੀ ਨੇ ਕੰਠ ਨਾਲ ਲਾਇਆ ਨਾ। ਉਹਨਾਂ ਨੂੰ ਤਾਂ ਲਾਇਆ, ਉਹਨਾਂ ਨੇ ਦੁਸ਼ਮਣ ਵਿੱਚ ਵੀ ਵੇਖਿਆ, ਉਹਨਾਂ ਨੇ ਸਾਰਿਆਂ ਵਿੱਚ ਵੇਖਿਆ, ਉਹਨਾਂ ਨੂੰ ਮਹਾਰਾਜ ਜੀ ਨੇ ਮਨਜ਼ੂਰ ਕਰ ਲਿਆ। ਜਿਨ੍ਹਾਂ ਨੇ ਸਾਰਿਆਂ ਵਿੱਚ ਵੇਖਿਆ ਨਹੀਂ, ਮਹਾਰਾਜ ਜੀ ਨੇ ਉਹਨਾਂ ਨੂੰ ਨਹੀਂ ਗਲੇ ਲਾਇਆ, ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਚਾਹੇ ਪੀਲੂ ਸੀ, ਚਾਹੇ ਛੱਜੂ ਸੀ, ਚਾਹੇ ਸ਼ਾਹ ਹੁਸੈਨ ਸੀ, ਕੋਈ ਸੀ, ਉਹਨਾਂ ਨੂੰ ਕਹਿਤਾ ਨਹੀਂ ਵੀ ਲੈ ਜਾਓ, ਰਚਨਾ ਸੀ, ਅੰਕਿਤ ਨਹੀਂ ਕਰ ਸਕਦੇ। ਮਤਲਬ ਮਹਾਰਾਜ ਜੀ ਨੇ ਇਹ ਦੇਖਣਾ ਵੀ ਇਹ ਅੰਦਰੋਂ ਕੀ ਹੈ। ਇਹ ਤਾਂ ਨਹੀਂ ਕਿਧਰੇ ਜੀਓ ਮੈਲੇ ਬਾਹਰੋਂ ਨਿਰਮਲ, ਇੱਦਾਂ ਦਾ ਤਾਂ ਨਹੀਂ ਕਿਧਰੇ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜਿਉਂ ਬੇਦਲਿਆ। ਸੋ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ, ਬੜੀ ਪਿਆਰੀ ਪੰਕਤੀ ਆ ਰਹੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਿਸੇ ਦਾ ਬੁਰਾ ਨਾ ਕਰ, ਮਨ ਦੇ ਵਿੱਚ ਬੁਰੇ ਦਾ ਖਿਆਲ ਵੀ ਨਾ ਲਿਆ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਤੈਨੂੰ ਕੋਈ ਦੁੱਖ ਨਹੀਂ ਹੋਏਗਾ। ਮਤਲਬ ਜਦੋਂ ਤੱਕ ਤੂੰ ਕਿਸੇ ਦਾ ਭਲਾ ਕਰੇਗਾ, ਤੇਰਾ ਭਲਾ ਆਪਣੇ ਆਪ ਹੋਣਾ। ਜੇ ਬੁਰਾ ਕਰੇਗਾ, ਉਹਦਾ ਬੁਰਾ ਪਤਾ ਨਹੀਂ ਹੋਵੇ ਜਾਂ ਨਾ ਹੋਵੇ, ਤੇਰਾ ਬੁਰਾ ਹੋਣਾ ਹੀ ਹੋਣਾ। ਇਸ ਕਰਕੇ ਬਾਣੀ ਵਿੱਚ ਲਿਖਿਆ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਫਿਰ ਤੈਨੂੰ ਕੋਈ ਦੁੱਖ ਨਹੀਂ ਹੋਏਗਾ। ਇਸ ਕਰਕੇ ਕਿਸੇ ਦਾ ਬੁਰਾ ਕਿਸੇ ਦੇ ਪਿੱਛੇ ਲੱਗ ਕੇ ਨਾ ਕਰਨਾ, ਨਾ ਕੋਈ ਕਿਸੇ ਦੇ ਲਈ ਕੋਈ ਗਲਤ ਸੋਚਣੀ ਆ, ਨਾ ਕਿਸੇ ਦੇ ਲਈ ਕੋਈ ਜਾਦੂ ਮੰਤਰ, ਕੋਈ ਟੂਣਾ ਤਵੀਤ ਕਰਨਾ। ਇਹ ਜਿਹੜੀਆਂ ਚੀਜ਼ਾਂ ਸਾਨੂੰ ਬਾਣੀ ਵਰਜਦੀ ਹੈ। ਵੈਸੇ ਅਗਲੀ ਪੰਕਤੀ ਵਿੱਚ ਜਾਦੂ ਟੂਣਾ ਆ ਰਿਹਾ, ਹੁਣ ਸਮਾਂ ਹੋ ਗਿਆ, ਹੁਣ ਨਹੀਂ, ਫਿਰ ਸਹੀ। ਅਗਲੀ ਪੰਕਤੀ ਵਿੱਚ ਤੰਤਰ ਮੰਤਰ ਲਿਖਿਆ, ਹਰ ਤੰਤ ਮੰਤ ਗੁਰ ਦਿਨਾ। ਇੱਕ ਤੰਤਰ ਮੰਤਰ ਬਾਹਰ ਨੇ, ਇੱਕ ਗੁਰੂ ਨੇ ਸਾਨੂੰ ਤੰਤਰ ਮੰਤਰ ਦਿੱਤਾ। ਸੋ ਇਹ ਵਿਸ਼ਾ ਬਣ ਜਾਣਾ। ਸੋ ਇਸ ਕਰਕੇ ਕਹਿ ਦਿੱਤਾ ਮਹਾਰਾਜ ਜੀ ਨੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਵੀ ਤਰੀਕੇ ਦੇ ਨਾਲ। ਜੇ ਬੁਰਾ ਕਰੇਗਾ, ਪਤਾ ਨਹੀਂ ਉਹ ਬੰਦਾ ਕਿਸ ਤਰ੍ਹਾਂ ਦਾ ਹੋਵੇ। ਜੇ ਉਹ ਭਜਨ ਬੰਦਗੀ ਵਾਲਾ ਹੋਇਆ ਵੀ ਤੇਰਾ ਕੱਖ ਨਹੀਂ ਰਹਿਣਾ, ਫਿਰ ਦੇਖ ਲਈ। ਇਸ ਕਰਕੇ ਬੁਰਾ ਨਾ ਕਰ ਕਿਸੇ ਦਾ। ਉਹ ਕੱਲ੍ਹ ਕੋਈ ਸ਼ਾਮੀ ਆਇਆ ਸਾਡੇ ਘਰ, ਸਾਡੇ ਸਾਹਮਣੇ ਘਰ ਦੇ ਕਿਸੇ ਨੇ ਕੋਈ ਟੂਣਾ ਜਿਹਾ ਕਰ ਦਿੱਤਾ, ਉਹਦੇ ਵਿੱਚ ਨਾਰੀਅਲ ਰੱਖ ਕੇ, ਜੇ ਤਾਂ ਨਾਰੀਅਲ ਹੋਵੇ ਕੱਚਾ, ਉਹ ਤਾਂ ਚਲੋ ਆਪਾਂ ਚੁੱਕ ਕੇ ਛਕ ਲਈਏ, ਖਾ ਲਈਏ। ਉਹਦੇ ਵਿੱਚ ਪਤਾ ਨਹੀਂ ਕੀ ਪਾ ਕੇ ਅਤੇ ਉਹਨੂੰ ਮਤਲਬ ਸਾੜਿਆ, ਧੁਆਂਖਿਆ। ਅਤੇ ਉਹ ਵਿਚਾਰੇ ਗੁਆਂਢੀ ਵੀ ਡਰੀ ਜਾਣ। ਮੈਂ ਕਿਹਾ ਉਹ ਡਰਦੇ ਕਾਹਤੋਂ ਉਹ, ਅਤੇ ਮੇਰਾ ਘਰ ਵੀ ਮੈਂ ਕਿਹਾ ਤੁਹਾਡੇ ਸਾਹਮਣੇ ਹੀ ਹੈ। ਮੈਨੂੰ ਤਾਂ ਕੱਲ੍ਹ ਬੜਾ ਫਾਇਦਾ ਹੋਇਆ, ਜਿਹੜਾ ਕੰਮ ਨਹੀਂ ਸੀ ਬਣਦਾ ਉਹ ਵੀ ਬਣ ਗਿਆ, ਅਤੇ ਹੋਰ ਵੀ ਬੜੇ ਪਾਸਿਓਂ ਫਾਇਦਾ ਆਇਆ, ਮੈਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ। ਅਤੇ ਮੈਂ ਕਿਹਾ ਜਿਹੜਾ ਹੋ ਸਕਦਾ ਕਰਕੇ ਗਿਆ, ਉਹ ਰੱਬ ਜਾਣੇ ਉਹਦਾ ਕੀ ਹੋਏਗਾ। ਅਤੇ ਮੈਂ ਕਿਹਾ ਸਾਡੇ ਕੋਲ ਵੀ ਜੇ ਉਹਦੇ ਕੋਲ ਗੰਦਾ ਮੰਤਰ ਹੈ ਨਾ, ਅਤੇ ਸਾਡੀ ਜ਼ਿੰਦਗੀ ਲੱਗੀ ਹੈ ਇਸ ਵਾਹਿਗੁਰੂ ਗੁਰੂ ਮੰਤਰ ਦੇ ਲੇਖੇ। ਮੈਂ ਤਾਂ ਚੈਲੰਜ ਕਰਦਾ ਹੁੰਦਾ ਵੀ ਲਿਆਓ,
लियाओ चुकाओ फिर देखते हैं, पर सामने ऐदा नहीं, गलत तरीके दे नाल नहीं, कख नहीं ये जादू टूने। जे कोई करदा तो वह भरदा, बस एक बहम है, होर कुछ भी नहीं, होर कुछ भी नहीं। चार मिर्चां साडे घर दे अगे सुट दईए तो चक्कर सानू उदां ही, मतलब साइकोलॉजिकल उदां ही सानू हो जाता है, क्योंकि सानू डरावा जो पाया होया, सानू डरावा पाया होया। छोटे हुंदे सी, हुण समा फिर याद नहीं देता, सानू डरा देना माइयां बुढ़ियां ने, वो महल्ले विच फलाना इस तरह दा ऐदां उदां आ ओ, ते असीं सोचिया खरे ये चीज़ां हुंदियां ने, पर जदों गुरबाणी पढ़ी देखिया सुनिया कख नहीं, कुछ नहीं। तो ये जिस दे कोल नाम है, जिस दे कोल गुरु की बख्शिश है, कख कुछ नहीं बिगाड़ सकता। इस करके नाम दे नाल जुड़े रहो, किसी का बुरा ना करो। महाराज जी फरमान करते हैं, जे तू बुरा करेगा, लै सुन एक होर पंक्ति, जिस अंदर तात पराई होवे तिसदा कदे ना होवी भला। जिहदे अंदर दूसरे प्रति ईर्खा होवे ओदा कदे भी भला नहीं हुंदा। जे जादू टूणियां दे नाल तरक्कियां हो जाण, फिर पढ़ाइयां करन दी की जरूरत है जी, फिर काम ते काहतों जाना, घर बह जाइए जादू टूणे करा लिया करिए तो फिर तरक्की मिल जाएगी। न्याणे नलायक निकलणगे, नलायक जिहड़ा इदां दे काम करदा, नोट कर लेना, क्योंकि उस तरह नहीं भी कोई दूजी तरह उन्होंने उपर असर होना है। वो भैड़ी चीज़ नूं देख के नैचुरली बच्चों के उपर, क्योंकि जिमें दा मेरा मन है ना, जिद्दां दी मेरी सोच है, मेरे बच्चों के विच उदां दे विचार जाने ही जाने ने। जिद्दां दा मेरी कमाई वाला धन होएगा ना, उदां दा मेरा ते मेरे न्याणिਆਂ दा मन बनना ही बनना है। जे किसी के घर में पेरेंट्स का गंदा मन है, इदां दे गलत मलत तरीके करते हैं, उन्हों की औलाद देख लेना बिखर जाएगी, खराब हो जाएगी और दुख भोगने पैणगे। सो गुरु साहब जी कहते इतिहास गवाह है, जिन्हें बुरा किया वह बुरा होया, पर का बुरा ना राखो जीत, तुमको दुख नहीं पाई मीत। जे तू किसी का बुरा नहीं करेगा, तेनों कभी भी दुख नहीं आएगा, तो तेनों दुख टच भी नहीं कर सकेगा। हर हर तंत मंत गुरु दीना, तेरे गुरु ने तेनों तंत्र मंत्र दिता होया बई, जो भी दुनिया के विच माड़ियां चीज़ां ने उन्होंने कट्टण दे लई तेनों वो मंत्र दिता, वाहिगुरु गुरु मंत्र है, तेनों मूल मंत्र दिता होया है, एक ओंकार सतनाम करता पुरख निर्भओ निर्वैर अकाल मूर्त अजूनी सै पंग गुर प्रसाद। इस मंत्र के नालों उपर, मूल मंत्र के नालों उपर दुनिया के मंत्र हो गए कभी भी नहीं। ये सुख नानक आनंदन चीना। तो ये जिहड़ा महाराज जी कहते आत्मक आनंद पछाण, ये सारा अपने गुरु द्वारा इसनूं प्राप्त किया जाता है, जान लिया जाता है। सो इस अज के लड़ीवार शब्द विचार गुरु महाराज जी इसका भावार्थ साढ़े हिरदे में वसाउण। सो बेनती है, कल भी बेनती की सी, अज गुरुद्वारा सिंह सभा विखे जो एक्यूप्रैशर कैंप है वो लग रहा है 9 साढ़े 9 के करीब। सो वो डॉक्टर साहबान जो भी आउणगे, सो आप जी जे कोई चैकअप कराना चाहते हो करा सकते हो, जे कोई दवाइयां देंदे हन तुसी अपनी मर्जी नाल, मैं कल भी बेनती की सी। सो किसी को कोई मजबूरी नहीं है भी उत्थों दवाई ले लियो, तुहानूं ठीक लगे तो लै लो, नहीं ठीक लगे तो ना लो। तो बाद विच तुसी किसी को नहीं कहना भी उन्होंने अनाउंसमेंट की सी भी सानूं तो इन्नी महंगी कोई दवाई दे गया जी, सानूं दसो जी वो कित्थे रहिंदे आ जी, इदां दी गल नहीं। तुहानूं सैटिस्फाई हो तो तुसी अपना चैकअप करा सकते हो। सो ये बेनती प्रवान करनी, भुलां चुकां दी खिमा। वाहिगुरू जी का खालसा, वाहिगुरू जी की फतेह।